मैं मूर्ख की केतक बात है, कोट परादी तरिया रे। गुरु नानक जिन सुनिया पेखिया, गुरु नानक जिन सुनिया पेखिया, से फिर गरबास न परिया रे। ज्ञान ध्यान किछ कर्म न जाना, सार न जाना तेरी। सब ते वड्डा सतगुर नानक, जिन कल राखी मेरी। सब ते वड्डा सतगुर नानक, जिन कल राखी मेरी। इक मन पुरख ध्याए बरदाता, संत सहार सदा बिख्याता। दास चरण लै हृदय बसाऊं, तो परम गुरु नानक गुण गाऊं। गाऊं गुण परम गुरु सुख सागर, दुरत निवारण शब्द सरे। गावै गंभीर तीर मत सागर, जोगी जंगम ध्यान तरे। गावै इंद्राद भगत प्रहलादक, आत्म रस जिन जानियो। कब कल सुजस गावूं गुरु नानक, राज जोग जिन माणियो। कब कल सुजस गावूं गुरु नानक, राज जोग जिन माणियो। तेरे कवन कवन गुण कह गावा, तू साहिब गुणी निधाना। तुमरी महिमा बरन न साकूं, तू ठाकुर ऊच भगवाना। तुमरी महिमा बरन न साकूं, तू ठाकुर ऊच भगवाना। जुग जुग अटल सतगुरु गुरगद्दी ते सुभाईमान गरीब नवाज दसां पातशाहियां दी जोत साहिब श्री गुरु ग्रंथ साहिब जी महाराज जी दी पावन और पवित्र मुबारक अमृतमयी हजूरी विखे जुड़ बैठी परम सन्मान सत्कारयोग गुरु रूप साध संगत। सतगुरु जी ने बेअंत बेअंत रहमतां बख्शिशां वरताईयां हन। सानू अपनी पावन पवित्र सुभागी अमृतमयी चरण शरण पावन पवित्र गोद दी दात बख्शिश कीती है।
ਔਰ ਗੁਰੂ ਕੇ ਦਰਬਾਰ ਦਾ ਆਨੰਦ ਮਾਣਦੇ ਹੋਏ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਪਾਵਨ ਪਵਿੱਤਰ ਬਾਣੀ ਦੇ ਸ਼ਬਦ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ ਹੈ, ਕਿਉਂਕਿ ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਜ਼ਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ, ਤਿਨਾਂ ਦਾ ਅੱਜ ਜੋਤੀ ਜੋਤ ਸਮਾਉਣ ਦਿਨ ਹੈ। ਸੋ ਉਸੇ ਸੰਬੰਧੀ ਭਾਈ ਸਾਹਿਬ ਜੀ ਨੇ ਕੀਰਤਨ ਰੂਪ 'ਚ ਵੀ ਆਪ ਜੀ ਦੇ ਨਾਲ ਸ਼ਬਦ ਦੀ ਸਾਂਝ ਪਾਈ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਆਓ ਗੁਰੂ ਕੀਆਂ ਵਿਚਾਰਾਂ ਦੀ, ਗੁਰਬਾਣੀ ਵਿਚਾਰ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਪਿਆਰ ਸਤਿਕਾਰ ਅਦਬ ਸਹਿਤ ਫਤਿਹ ਦਾ ਜਵਾਬ ਫਤਿਹ 'ਚ ਦੇਵੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਪਾਵਨ ਪ੍ਰਕਾਸ਼ ਰਾਏ ਭੋਏ ਦੀ ਤਲਵੰਡੀ, ਜਿਹਨੂੰ ਅੱਜ ਆਪਾਂ ਅਦਬ ਸਹਿਤ ਨਨਕਾਣਾ ਸਾਹਿਬ ਕਹਿੰਦੇ ਹਾਂ, ਉਸ ਪਾਵਨ ਧਰਤੀ 'ਤੇ ਪਿਤਾ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ 1469 'ਚ ਹੋਇਆ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਵੇਂ ਜਿਵੇਂ ਸਰੀਰਕ ਤੌਰ 'ਤੇ ਆਰਬਲਾ ਵਧੀ ਹੈ, ਤੇ ਸਹਿਜੇ ਸਹਿਜੇ ਉਹਨਾਂ ਨੇ ਆਪਣੀ ਵਿਚਾਰਧਾਰਾ ਸੰਸਾਰ ਦੇ ਸਾਹਮਣੇ ਰੱਖ ਦਿੱਤੀ। ਔਰ ਉਹਨਾਂ ਨੇ ਜਿਹੜਾ ਮੁੱਢਲਾ ਸਿਧਾਂਤ ਇੱਕ ਦਿੱਤਾ, ਵਿਚਾਰ ਜਿਹੜੀ ਇੱਕ ਆਪਣੀ ਵੱਖਰੀ ਦਿੱਤੀ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਅਸੀਂ ਕੋਈ ਹਿੰਦੂ ਨਹੀਂ ਹਾਂ। ਤੇ ਜੇ ਉਹਨਾਂ ਕਿਹਾ ਮੈਂ ਹਿੰਦੂ ਨਹੀਂ ਹਾਂ, ਫਿਰ ਮੁਸਲਮਾਨ ਕਹਿਣ ਲੱਗੇ, ਇਹਦਾ ਮਤਲਬ ਫਿਰ ਤੁਸੀਂ ਮੁਸਲਮਾਨ ਹੋਏ, ਫਿਰ ਸਾਡੇ ਵੱਲ ਆਓ। ਕਿਉਂਕਿ ਇਹੀ ਦੋ ਧਰਮ ਸਭ ਤੋਂ ਅੱਗੇ ਪ੍ਰਚਲਿਤ ਸਨ। ਜੋਗ ਮਤ ਵੀ ਸੀ, ਪਰ ਜੋਗੀ ਵੱਖਰੇ ਰਹਿੰਦੇ ਸਨ। ਸਮਾਜ ਅੰਦਰ ਇਹਨਾਂ ਦੋ ਧਰਮਾਂ ਦਾ ਪ੍ਰਭਾਵ ਸੀ। ਤੇ ਗੁਰੂ ਨਾਨਕ ਬਾਬਾ ਜੀ ਨੇ ਜਦੋਂ ਕਿਹਾ ਨਾ ਹਮ ਹਿੰਦੂ ਨਾ ਮੁਸਲਮਾਨ, ਜਨੇਊ ਪਾਉਣ ਤੋਂ ਉਹਨਾਂ ਇਨਕਾਰ ਕਰ ਦਿੱਤਾ। ਹੋਰ ਜਿੰਨੇ ਹਿੰਦੂ ਧਰਮ ਦੇ ਕਰਮ ਕਾਂਡ ਸਨ, ਗੁਰੂ ਨਾਨਕ ਮਹਾਰਾਜ ਨੇ ਕਿਹਾ ਮੈਂ ਇਹਨਾਂ 'ਚੋਂ ਕੁਝ ਨਹੀਂ ਕਰਨਾ, ਕਿਉਂਕਿ ਮੈਂ ਹਿੰਦੂ ਨਹੀਂ ਹਾਂ। ਜੇ ਮੁਸਲਮਾਨਾਂ ਨੇ ਕਿਹਾ ਕਿ ਸਾਡੇ ਵੱਲ ਆਓ, ਤੇ ਮਹਾਰਾਜ ਨੇ ਜਿੱਥੇ ਇਹ ਕਿਹਾ ਨਾ ਹਮ ਹਿੰਦੂ, ਉੱਥੇ ਦੂਜੀ ਗੱਲ ਉਹਨਾਂ ਇਹ ਵੀ ਕਹੀ ਕਿ ਨਾ ਮੁਸਲਮਾਨ, ਅਸੀਂ ਮੁਸਲਮਾਨ ਵੀ ਨਹੀਂ ਹਾਂ। ਫਿਰ ਮਹਾਰਾਜ ਨੂੰ ਜਦੋਂ ਪੁੱਛਿਆ ਗਿਆ ਤੁਸੀਂ ਕੌਣ ਹੋ, ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਜਿੱਥੇ ਇਹ ਬਚਨ ਕਹਿੰਦੇ ਹਨ, ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ, ਉੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਇਹਨਾਂ ਦੋਵਾਂ ਤੋਂ ਵੱਖਰਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਮਹਾਰਾਜ ਕਹਿਣ ਲੱਗੇ ਅਸੀਂ ਇਸ ਨਿਰਮਲ ਪੰਥ ਦੇ ਪੰਥੀ ਹਾਂ, ਪਾਂਧੀ ਹਾਂ। ਸੰਸਾਰ ਸਾਹਮਣੇ ਗੁਰੂ ਨਾਨਕ ਮਹਾਰਾਜ ਨੇ ਇੱਕ ਨਵੀਂ ਨਵੇਕਲੀ ਵੱਖਰੀ ਇਨਕਲਾਬੀ ਵਿਚਾਰ ਪ੍ਰਗਟ ਕੀਤੀ। ਫਿਰ ਉਹਨਾਂ ਨੇ ਜੋ ਸਿਧਾਂਤ ਸੰਸਾਰ ਸਾਹਮਣੇ ਰੱਖੇ, ਉਹਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਗੁਰੂ ਨਾਨਕ ਮਹਾਰਾਜ ਨੇ ਦੂਰ ਦੂਰ ਤੱਕ ਪ੍ਰਚਾਰ ਫੇਰੀਆਂ ਕੀਤੀਆਂ। ਜਿਹੜੇ ਲੋਕ ਵਹਿਮਾਂ ਭਰਮਾਂ ਕਰਮ ਕਾਂਡਾਂ 'ਚ ਫਸੇ ਹੋਏ ਸਨ, ਉਹਨਾਂ ਨੂੰ ਮਹਾਰਾਜ ਨੇ ਇੱਕ ਵੱਖਰਾ ਵੇ ਆਫ ਲਾਈਫ ਦੱਸਿਆ ਕਿ ਜੀਵਨ ਦਾ ਅਸਲੀ ਰਸਤਾ ਕਿਹੜਾ ਹੈ। ਮੰਜ਼ਿਲ ਦਾ ਪਤਾ ਹੋਣਾ ਚਾਹੀਦਾ, ਅਸੀਂ ਪਹੁੰਚਣਾ ਕਿੱਥੇ ਹੈ, ਤੇ ਜਿਹੜੀ ਮੰਜ਼ਿਲ 'ਤੇ ਅਸੀਂ ਪਹੁੰਚਣਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਮੰਜ਼ਿਲ 'ਤੇ ਜਾਣ ਵਾਲਾ ਉੱਤਮ ਰਸਤਾ ਕਿਹੜਾ, ਸੌਖਾ ਰਸਤਾ ਕਿਹੜਾ ਹੈ। ਮਹਾਰਾਜ ਨੇ ਬਾਣੀ ਰੂਪ ਦੇ ਵਿੱਚ ਰੱਬੀ ਘਰ ਦਾ ਗਿਆਨ ਸੰਸਾਰ ਦੇ ਸਾਹਮਣੇ ਰੱਖਿਆ।
ਭੁੱਲਿਆਂ ਭਟਕਿਆਂ ਹੋਇਆਂ ਲੋਕਾਂ ਨੂੰ ਮਹਾਰਾਜ ਨੇ ਸਿੱਧੇ ਰਸਤੇ ਤੇ ਪਾਇਆ। ਇਸੇ ਨੂੰ ਬਾਣੀ 'ਚ ਕਿਹਾ ਗਿਆ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਉਹਨਾਂ ਨੇ ਦੇਵ ਬਿਰਤੀ ਦਿੱਤੀ ਸਾਨੂੰ, ਦੇਵ ਬਿਰਤੀ, ਉਹ ਬਿਰਤੀ ਜਿਸ ਬਿਰਤੀ 'ਚ ਮਨੁੱਖ ਕੇਵਲ ਆਪਣੇ ਲਈ ਨਹੀਂ ਜਿਉਂਦਾ ਹੈ। ਇੱਕ ਹੈ ਪਸ਼ੂ ਬਿਰਤੀ, ਇੱਕ ਹੈ ਮਨੁੱਖ ਬਿਰਤੀ, ਇੱਕ ਹੈ ਦੇਵ ਬਿਰਤੀ। ਤੇ ਗੁਰੂ ਨਾਨਕ ਜੀ ਨੇ ਜਿਹੜੀ ਬਿਰਤੀ, ਜਿਹੜਾ ਸੁਭਾਅ, ਜਿਹੜਾ ਆਚਾਰ ਕਿਰਦਾਰ ਸਾਨੂੰ ਦਿੱਤਾ, ਉਹਦੇ 'ਚ ਕੇਵਲ ਆਪਣੇ ਤੱਕ ਜਿਉਣਾ ਨਹੀਂ ਹੈ, ਆਪਣੇ ਪਰਿਵਾਰ ਤੱਕ ਜਿਉਣਾ ਨਹੀਂ ਹੈ। ਉਹ ਵਿਚਾਰਧਾਰਾ ਸਾਨੂੰ ਇਹ ਸਮਝਾਉਂਦੀ ਹੈ ਕਿ ਸਾਰਾ ਸੰਸਾਰ ਹੀ ਸਾਡਾ ਪਰਿਵਾਰ ਹੈ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਉਹਨਾਂ ਨੇ ਸਮਝਾਇਆ, ਭਾਈ ਵੈਰ ਵਿਰੋਧ ਛੱਡੋ। ਇਹ ਈਰਖਾ, ਦਵੈਸ਼, ਵੈਰ ਵਿਰੋਧ, ਲੜਾਈਆਂ ਝਗੜਿਆਂ ਦੇ ਵਿੱਚ ਕੁਝ ਨਹੀਂ ਰੱਖਿਆ। ਜੀਵਨ ਇਹਨਾਂ ਕੰਮਾਂ ਦੇ ਲਈ ਰੱਬ ਨੇ ਨਹੀਂ ਦਿੱਤਾ ਕਿ ਆਪਾਂ ਸਾਰੀ ਜ਼ਿੰਦਗੀ ਦੂਜਿਆਂ ਦੀ ਨਿੰਦਿਆ ਕਰਦੇ ਰਹੀਏ, ਈਰਖਾ ਕਰਦੇ ਰਹੀਏ, ਵੈਰ ਵਿਰੋਧ ਕਮਾਉਂਦੇ ਰਹੀਏ ਤੇ ਇਹਨਾਂ ਬੁਰਾਈਆਂ 'ਚ ਹੀ ਇੱਕ ਦਿਨ ਸੰਸਾਰ ਤੋਂ ਚਲੇ ਜਾਈਏ। ਗੁਰੂ ਕਹਿੰਦੇ ਜੇ ਜੀਵਨ ਮਿਲਿਆ ਹੈ ਇਹਦੇ ਨਾਲ ਕੋਈ ਭਲਾ ਕਰਮ ਕਰੋ, ਸੇਵਾ ਕਰੋ, ਇਹਦੇ ਨਾਲ ਗਰੀਬਾਂ ਦੀ ਮਦਦ ਕਰੋ। ਈਰਖਾ ਕਰਕੇ ਦੂਜੇ ਨੂੰ ਲੁੱਟੋ ਨਾ, ਬਲਕਿ ਉਹਨਾਂ ਨੇ ਨਾਮ ਜਪੋ, ਵੰਡ ਕੇ ਛਕੋ, ਕਿਰਤ ਕਰੋ ਵਾਲੇ ਨਿਰਮਲ ਸਿਧਾਂਤ ਦੁਨੀਆ ਦੇ ਸਾਹਮਣੇ ਰੱਖੇ, ਵੰਡ ਕੇ ਛਕਣ। ਔਰ ਗੁਰੂ ਨਾਨਕ ਮਹਾਰਾਜ ਜੀ ਦੇ ਇਹਨਾਂ ਨਿਰਮਲ ਅਤ ਉੱਤਮ ਵਿਚਾਰਾਂ ਦਾ ਬਹੁਤ ਗਹਿਰਾ ਪ੍ਰਭਾਵ ਵੀ ਸਮਾਜ 'ਤੇ ਪਿਆ। ਔਰ ਕਰੀਬਨ 3 ਕਰੋੜ ਲੋਕਾਂ ਨੇ ਗੁਰੂ ਨਾਨਕ ਮਹਾਰਾਜ ਜੀ ਦੀ ਸਿੱਖਿਆ ਨੂੰ ਗ੍ਰਹਿਣ ਕੀਤਾ ਹੈ, ਸਿੱਖੀ ਧਾਰਨ ਕੀਤੀ ਹੈ, ਕਰੀਬਨ 3 ਕਰੋੜ ਲੋਕਾਂ ਨੇ। ਔਰ ਗੁਰੂ ਨਾਨਕ ਮਹਾਰਾਜ ਨੇ ਵੱਖ-ਵੱਖ ਜਗ੍ਹਾ 'ਤੇ ਪ੍ਰਚਾਰ ਫੇਰੀਆਂ ਕੀਤੀਆਂ, ਪਰ ਉਹਨਾਂ ਨੇ ਆਪਣਾ ਇੱਕ ਕੇਂਦਰ ਬਣਾਇਆ। ਹੁਣ ਵੇਖੋ, ਜੇ ਗੁਰੂ ਕਹਿੰਦੇ ਹਨ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਕਿ ਸਾਡਾ ਨਾ ਧਰਮ ਹਿੰਦੂ ਹੈ ਨਾ ਮੁਸਲਮਾਨ ਹੈ, ਉਹਨਾਂ ਨੇ ਆਪਣੇ ਪ੍ਰਚਾਰ ਦਾ ਕੇਂਦਰ ਵੀ ਵੱਖਰਾ ਸਥਾਪਿਤ ਕੀਤਾ ਕਿ ਸਾਡਾ ਸੰਬੰਧ ਜਨਮ ਦੇ ਨਾਲ ਨਹੀਂ ਹੈ। ਕਿਉਂਕਿ ਅੱਜ ਦੇ ਸਮੇਂ 'ਚ ਵੀ ਕੁਝ ਸੌੜੀ ਬਿਰਤੀ ਵਾਲੇ ਗੁਰੂ ਨਾਨਕ ਮਹਾਰਾਜ ਨੂੰ ਆਪਣੀ ਬਰਾਦਰੀ ਦੇ ਨਾਲ ਜਾਂ ਪਿੱਛੇ ਤੋਂ ਪਿੱਛੇ ਪਤਾ ਨਹੀਂ ਕਿੱਥੇ ਕਿੱਥੇ ਉਹ ਗੱਲਾਂ ਜੋੜ ਕੇ ਲਵ ਕੁਸ਼ ਤੱਕ ਗੱਲਾਂ ਖੜਨੀਆਂ ਚਾਹੁੰਦੇ ਹਨ। ਪਰ ਗੁਰੂ ਨਾਨਕ ਮਹਾਰਾਜ ਨੇ ਉਹ ਸਾਰਾ ਕੁਝ ਲਾਂਭੇ ਕਰਕੇ ਇੱਕ ਵੱਖਰਾ ਨਵੇਕਲਾ ਜੀਵਨ ਬਤੀਤ ਕੀਤਾ ਤੇ ਜੀਵਨ ਜਿਉਣ ਦੀ ਜੁਗਤ ਸੰਸਾਰ ਦੇ ਸਾਹਮਣੇ ਰੱਖੀ। ਗੁਰੂ ਨਾਨਕ ਕੀ ਕਿਸੇ ਸਰੀਰ ਦਾ ਨਾਂ ਗੁਰੂ ਨਾਨਕ ਨਹੀਂ ਹੈ। ਜੇ ਸਰੀਰ ਦਾ ਨਾਂ ਗੁਰੂ ਨਾਨਕ ਹੋਵੇ ਤੇ ਫਿਰ ਗੁਰੂ ਅੰਗਦ ਆਪਣੀ ਬਾਣੀ ਦੇ ਵਿੱਚ ਨਾਨਕ ਸ਼ਬਦ ਕਿਉਂ ਵਰਤਦੇ ਹਨ? ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਣੀ ਉਚਾਰਨ ਕੀਤੀ, ਉਹਨਾਂ ਨੇ ਆਪਣਾ ਨਾਂ ਨਹੀਂ ਵਰਤਿਆ, ਉਹਨਾਂ ਨੇ ਨਾਨਕ ਨਾਮ ਵਰਤਿਆ। ਕਿਉਂਕਿ ਨਾਨਕ ਇੱਕ ਵਿਚਾਰਧਾਰਾ ਹੈ, ਨਾਨਕ ਇੱਕ ਰੱਬੀ ਜੋਤ ਹੈ। ਇਹਨੂੰ ਮਹਾਰਾਜ ਦੀ ਬਾਣੀ 'ਚ ਹੀ ਆਇਆ ਹੈ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ, ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰੂ ਅਰਜਨ ਪਿੱਖੋ ਨੈਣ। ਗੁਰੂ ਨਾਨਕ ਇੱਕ ਰੱਬੀ ਜੋਤ ਦਾ ਨਾਮ ਹੈ, ਜਿਹੜੀ ਜੋਤ ਵੱਖ-ਵੱਖ ਸਰੀਰਾਂ ਦੇ ਵਿੱਚ ਵਿਚਰੀ। ਗੁਰੂ ਨਾਨਕ ਮਹਾਰਾਜ ਜੀ ਨੇ ਸਿੱਖੀ ਪ੍ਰਚਾਰ ਪ੍ਰਸਾਰ ਦਾ ਜਿਹੜਾ ਕੇਂਦਰ ਹੈ ਉਹ ਸਥਾਪਿਤ ਕੀਤਾ ਕਰਤਾਰਪੁਰ ਨਗਰ। ਔਰ ਇਹ ਕਰਤਾਰਪੁਰ ਨਗਰ ਵਸਾਉਣ ਬਾਰੇ ਵੀ ਇਤਿਹਾਸਕਾਰਾਂ ਨੇ ਬੜੀਆਂ ਪਿਆਰੀਆਂ ਰਾਏ ਦਿੱਤੀਆਂ ਹਨ। ਵੈਸੇ ਇਹਦੇ ਬਾਰੇ ਕਈ ਵਿਚਾਰਾਂ ਪ੍ਰਚਲਿਤ ਹਨ। ਕਹਿੰਦੇ ਹਨ ਕਿ ਗੁਰੂ ਨਾਨਕ ਮਹਾਰਾਜ ਜਦੋਂ ਪਹਿਲੀ ਉਦਾਸੀ ਤੋਂ ਵਾਪਸ ਆਏ ਨੇ, ਮਹਾਰਾਜ ਬਟਾਲੇ ਆਏ, ਸੁਲਤਾਨਪੁਰ ਲੋਧੀ ਪਹਿਲਾਂ ਆਏ ਭੈਣ ਨਾਨਕੀ ਜੀ ਦੇ ਕੋਲ। ਉੱਥੋਂ ਗੁਰੂ ਨਾਨਕ ਮਹਾਰਾਜ ਬਟਾਲੇ ਨਗਰ ਆਉਂਦੇ ਹਨ, ਜਿਹੜਾ ਮਹਾਰਾਜ ਜੀ ਦੇ ਸਹੁਰਿਆਂ ਦਾ ਪਿੰਡ ਵੀ ਹੈ। ਇੱਥੋਂ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਰਾਵੀ ਦਰਿਆ ਪਾਰ ਕਰਦੇ ਹਨ, ਅੱਗੇ ਇੱਕ ਪਿੰਡ ਹੈ ਦੋਦਾ।
ਇਹ ਪਿੰਡ ਵਸਾਇਆ ਸੀ ਦੋਦੇ ਚੌਧਰੀ ਨੇ ਆਪਣੇ ਨਾਂ ਤੇ। ਪੁਰਾਣੇ ਸਮਿਆਂ 'ਚ ਇਸੇ ਤਰ੍ਹਾਂ ਹੁੰਦਾ ਸੀ। ਜਿਹੜੀ ਰਾਏ ਭੋਏ ਦੀ ਤਲਵੰਡੀ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਸੀ, ਉਹ ਵੀ ਰਾਏ ਭੋਏ ਦੀ ਵਸਾਈ ਹੋਈ ਤਲਵੰਡੀ ਸੀ। ਉਹਨੇ ਆਪਣੇ ਨਾਮ ਤੇ ਉਹ ਤਲਵੰਡੀ ਦਾ ਨਾਮ ਰਾਏ ਭੋਏ ਦੀ ਤਲਵੰਡੀ ਰੱਖਿਆ ਸੀ। ਤੇ ਉਸੇ ਦੀ ਕੁੱਲ ਦੇ ਵਿੱਚੋਂ ਸਨ ਰਾਏ ਬੁਲਾਰ, ਜਿਨ੍ਹਾਂ ਨੇ ਕਿਹਾ ਸੀ ਕਿ ਸਾਡੇ ਬਜ਼ੁਰਗਾਂ ਨੇ ਰਾਏ ਭੋਏ ਨੇ ਪਤਾ ਨਹੀਂ ਲੋਕਾਂ ਦੀ ਜ਼ਮੀਨ ਕਿੱਦਾਂ ਖੋਹ ਖੋਹ ਕੇ ਇਹ ਨਗਰ ਵਸਾਇਆ। ਮੈਂ ਨਹੀਂ ਚਾਹੁੰਦਾ ਹਾਂ ਕਿ ਇਸ ਨਗਰ ਦਾ ਨਾਮ ਅੱਜ ਤੋਂ ਬਾਅਦ ਰਾਏ ਭੋਏ ਦੀ ਤਲਵੰਡੀ ਰਵੇ, ਕਿਉਂਕਿ ਇੱਥੇ ਮੇਰੇ ਗੁਰੂ ਨਾਨਕ ਜੀ ਦਾ ਪ੍ਰਕਾਸ਼ ਹੋਇਆ ਹੈ। ਇਸ ਕਰਕੇ ਇਹ ਜਗ੍ਹਾ ਅੱਜ ਤੋਂ ਰਾਏ ਭੋਏ ਦੀ ਤਲਵੰਡੀ ਨਹੀਂ, ਨਨਕਾਣਾ ਸਾਹਿਬ ਹੈ, ਗੁਰੂ ਨਾਨਕ ਦਾ ਨਗਰ ਹੈ। ਖੈਰ, ਦੋਦੇ ਚੌਧਰੀ ਨੇ ਆਪਣੇ ਨਾਂ ਤੇ ਪਿੰਡ ਵਸਾਇਆ ਸੀ ਦੋਦਾ। ਮਹਾਰਾਜ ਉੱਥੇ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨਗਰ ਤੋਂ ਬਾਰ-ਬਾਰ ਇੱਕ ਜਗ੍ਹਾ ਬੈਠੇ ਹਨ, ਨਾਲ ਭਾਈ ਮਰਦਾਨਾ ਜੀ ਤੇ ਦੋਦੇ ਚੌਧਰੀ ਦੀ ਘਰਵਾਲੀ ਉਹਦੇ ਲਈ ਭੋਜਨ ਲੈ ਕੇ ਖੇਤਾਂ 'ਚ ਜਾ ਰਹੀ ਸੀ। ਮਹਾਰਾਜ ਨੂੰ ਉਹਨੇ ਵੇਖਿਆ, ਕੋਈ ਫਕੀਰ ਬੈਠੇ ਨੇ, ਕੀਰਤਨ ਕਰ ਰਹੇ ਨੇ, ਉਹਨੂੰ ਬੜਾ ਰਸ ਆਨੰਦ ਆਇਆ ਕੀਰਤਨ ਦਾ। ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੀ, ਦੁੱਧ ਭੇਟ ਕੀਤਾ ਉਹਨੇ। ਮਹਾਰਾਜ ਨੇ ਛਕਿਆ, ਭਾਈ ਮਰਦਾਨੇ ਨੇ ਛਕਿਆ, ਕੁਝ ਸਮਾਂ ਉਹਨੇ ਸੰਗਤ ਕੀਤੀ, ਫਿਰ ਚਲੀ ਗਈ ਅੱਗੇ। ਪਰ ਆਪਣੇ ਘਰ ਵਾਲੇ ਨੂੰ ਗੁਰੂ ਨਾਨਕ ਮਹਾਰਾਜ ਜੀ ਦੀ ਸੰਗਤ ਦੀ ਰੰਗਤ ਬਾਰੇ ਉਹਨੇ ਦੱਸਿਆ ਕਿ ਰੱਬ ਦੇ ਨਾਲ ਜੁੜੇ ਹੋਏ ਫਕੀਰ, ਉਹਨਾਂ ਦੀ ਮੈਂ ਕੁਝ ਪਲ ਸੰਗਤ ਕੀਤੀ, ਬੜਾ ਆਨੰਦ ਆਇਆ, ਆਓ ਤੁਸੀਂ ਵੀ ਦਰਸ਼ਨ ਦੀਦਾਰ ਕਰੋ। ਦੋਦਾ ਗੁਰੂ ਨਾਨਕ ਮਹਾਰਾਜ ਦੀ ਹਜ਼ੂਰੀ 'ਚ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਵਿਚਾਰ ਆਰੰਭ ਕੀਤੀ ਤੇ ਗੱਲਾਂ ਬਾਤਾਂ ਦੇ ਵਿੱਚ ਹੰਕਾਰ ਦੀ ਝਲਕ ਪੈਂਦੀ ਸੀ, ਕਿਉਂਕਿ ਚੌਧਰੀ ਸੀ, ਜ਼ਮੀਨ ਜਾਇਦਾਦ ਬੜੀ ਸੀ। ਮਹਾਰਾਜ ਨੂੰ ਕਹਿਣ ਲੱਗਾ, ਜੀ ਜਿਹੜਾ ਦੁੱਧ ਤੁਸੀਂ ਪੀਤਾ ਉਹ ਸਾਡੇ ਹੀ ਘਰ ਦਾ ਦੁੱਧ, ਉਹ ਮਾਲਕ ਉਹਦਾ ਮੈਂ। ਮਹਾਰਾਜ ਕਹਿਣ ਲੱਗੇ, ਦੋਦਿਆ ਦੁੱਧ ਦਾ ਮਾਲਕ ਤੂੰ ਕਿੱਦਾਂ? ਇਹਨੇ ਕਿਹਾ, ਜੀ ਮਹਾਰਾਜ ਮੇਰੇ ਪਸ਼ੂਆਂ ਦਾ, ਮੇਰੀਆਂ ਮੱਝਾਂ ਦਾ ਦੁੱਧ। ਮਹਾਰਾਜ ਕਹਿਣ ਲੱਗੇ, ਪਸ਼ੂਆਂ ਦਾ ਮਾਲਕ ਤੂੰ ਕਿੱਦਾਂ? ਕਹਿਣ ਲੱਗਾ, ਮਹਾਰਾਜ ਪਸ਼ੂ ਮੈਂ ਆਪਣੇ ਪੈਸੇ ਦੇ ਕੇ ਖਰੀਦ ਕੇ ਲਿਆਂਦੇ ਨੇ। ਤੇ ਸਤਿਗੁਰਾਂ ਕਿਹਾ ਸੀ, ਤੇਰੇ ਕੋਲ ਪੈਸੇ ਕਿੱਥੋਂ ਆਏ? ਇਹਨੇ ਕਿਹਾ, ਮਹਾਰਾਜ ਮੈਂ ਆਪਣੀ ਫਸਲ ਵੇਚ ਕੇ ਪੈਸੇ ਕਮਾਏ। ਤੇ ਹਜੂਰ ਨੇ ਕਿਹਾ, ਫਸਲ ਕਿੱਥੋਂ ਆਈ? ਇਹਨੇ ਕਿਹਾ, ਮਹਾਰਾਜ ਮੇਰੇ ਖੇਤਾਂ 'ਚੋਂ। ਤੇ ਗੁਰੂ ਕਹਿਣ ਲੱਗੇ, ਫਿਰ ਖੇਤ ਤੇਰੇ ਕੋਲ ਕਿੱਥੋਂ ਆਏ? ਇਹ ਕਹਿਣ ਲੱਗਾ, ਮਹਾਰਾਜ ਉਹ ਤੇ ਮੈਨੂੰ ਕਰਤਾਰ ਨੇ ਬਖਸ਼ੇ ਨੇ, ਪਰਮਾਤਮਾ ਨੇ। ਫਿਰ ਮਹਾਰਾਜ ਕਹਿਣ ਲੱਗੇ, ਇਹਦਾ ਮਤਲਬ ਖੇਤਾਂ ਦਾ ਅਸਲੀ ਮਾਲਕ ਤਾਂ ਕਰਤਾਰ ਹੋਇਆ, ਜਿਹਨੇ ਖੇਤ ਬਖਸ਼ੇ ਹਨ। ਇਹ ਕਹਿਣ ਲੱਗਾ, ਮਹਾਰਾਜ ਵੇਖੋ ਮਾਲਕ ਤਾਂ ਕਰਤਾਰ ਹੀ ਹੈ। ਸਤਿਗੁਰੂ ਕਹਿਣ ਲੱਗੇ, ਦੋਦਿਆ ਇਸ ਗੱਲ ਨੂੰ ਤੂੰ ਮੰਨਦਾ ਹੈ ਕਿ ਖੇਤਾਂ ਦਾ ਮਾਲਕ ਉਹ ਕਰਤਾਰ ਹੈ? ਕਹਿਣ ਲੱਗਾ, ਮਹਾਰਾਜ ਬਿਲਕੁਲ ਮੰਨਦਾ ਹਾਂ। ਤੇ ਮਹਾਰਾਜ ਫਿਰ ਕਹਿਣ ਲੱਗੇ, ਜੇ ਖੇਤਾਂ ਦਾ ਮਾਲਕ ਕਰਤਾਰ ਤੇ ਖੇਤਾਂ 'ਚੋਂ ਹੋਣ ਵਾਲੀ ਫਸਲ ਦਾ ਮਾਲਕ ਕੌਣ ਹੋਇਆ? ਇਹਨੇ ਕਿਹਾ, ਜੀ ਉਹ ਵੀ ਕਰਤਾਰ। ਮਹਾਰਾਜ ਕਹਿਣ ਲੱਗੇ, ਜੇ ਫਸਲ ਦਾ ਮਾਲਕ ਕਰਤਾਰ ਤੇ ਫਸਲ ਵੇਚ ਕੇ ਜਿਹੜੇ ਪੈਸੇ ਕਮਾਏ ਗਏ ਉਹਨਾਂ ਦਾ ਮਾਲਕ ਕੌਣ? ਭਾਈ ਦੋਦਾ ਕਹਿਣ ਲੱਗਾ, ਮਹਾਰਾਜ ਉਹਨਾਂ ਦਾ ਮਾਲਕ ਵੀ ਫਿਰ ਕਰਤਾਰ। ਤੇ ਹਜੂਰ ਕਹਿਣ ਲੱਗੇ, ਜੇ ਪੈਸਿਆਂ ਦਾ ਮਾਲਕ ਕਰਤਾਰ ਤੇ ਪੈਸੇ ਖਰਚ ਕੇ ਜਿਹੜੇ ਪਸ਼ੂ ਖਰੀਦ ਕੇ ਲਿਆਂਦੇ ਗਏ, ਪਸ਼ੂਆਂ ਦਾ ਮਾਲਕ ਕੌਣ? ਕਹਿਣ ਲੱਗਾ, ਮਹਾਰਾਜ ਉਹਦਾ ਮਾਲਕ ਵੀ ਕਰਤਾਰ। ਤੇ ਗੁਰੂ ਕਹਿਣ ਲੱਗੇ, ਜੇ ਪਸ਼ੂਆਂ ਦਾ ਮਾਲਕ ਕਰਤਾਰ ਤੇ ਪਸ਼ੂਆਂ ਦੇ ਦੁੱਧ ਦਾ ਮਾਲਕ ਕੌਣ ਹੋਇਆ? ਕਹਿਣ ਲੱਗਾ, ਜੀ ਉਹ ਵੀ ਕਰਤਾਰ। ਮਹਾਰਾਜ ਕਹਿਣ ਲੱਗੇ, ਜੇ ਸਾਰਾ ਕੁਝ ਦਾ ਮਾਲਕ ਕਰਤਾਰ ਹੈ, ਫਿਰ ਦੋਦਾ ਕਿਹੜੀ ਚੀਜ਼ ਦਾ ਹੰਕਾਰ ਜਣਾਉਂਦਾ ਪਿਆ ਕਿ ਮੈਂ ਮਾਲਕ ਹਾਂ, ਮੈਂ ਮਾਲਕ ਹਾਂ, ਪਸ਼ੂਆਂ ਦਾ ਮਾਲਕ ਮੈਂ, ਦੁੱਧ ਦਾ ਮਾਲਕ ਮੈਂ, ਜ਼ਮੀਨ ਦਾ ਮਾਲਕ, ਫਸਲ ਦਾ ਮਾਲਕ ਮੈਂ। ਗੁਰੂ ਕਹਿੰਦੇ, ਤੂੰ ਕਿਹੜੀ ਚੀਜ਼ ਦਾ ਹੰਕਾਰ ਕਰ ਰਿਹਾ? ਇਹਨੇ ਹੱਥ ਜੋੜ ਲਏ। ਕਹਿਣ ਲੱਗਾ, ਮਹਾਰਾਜ ਅੱਜ ਪਤਾ ਲੱਗਿਆ, ਮੈਂ ਐਵੇਂ ਹੀ ਹੰਕਾਰ ਦੀਆਂ ਫੜਾਂ ਮਾਰਦਾ ਸਾਂ, ਮੈਂ ਤੇ ਕੁਝ ਵੀ ਨਹੀਂ ਹਾਂ, ਮਾਲਕ ਤੇ ਉਹ ਕਰਤਾਰ ਹੈ। ਫਿਰ ਇਹ ਕਹਿਣ ਲੱਗਾ, ਮਹਾਰਾਜ ਵੇਖੋ ਤੁਸੀਂ ਬੜੀ ਕਿਰਪਾ ਕੀਤੀ ਹੈ। ਲੋਕ ਤਾਂ ਪਹਿਲਾਂ ਵੀ ਪੀਰ ਫਕੀਰ ਬੜੇ ਮਿਲਦੇ ਸਨ, ਦੋਦੇ ਕੋਲੋਂ ਉਹਨਾਂ ਨੇ ਪੂਜਾ ਕਰਵਾ ਲੈਣੀ, ਮਾਇਆ ਲੈਣੀ ਤੇ ਚਲੇ ਜਾਣਾ ਵਾਹ ਵਾਹ ਕਰਕੇ। ਪਰ ਤੁਸੀਂ ਤਾਂ ਮੇਰੇ ਭਰਮ ਦੇ ਪਰਦੇ ਹੀ ਖਤਮ ਕਰ ਦਿੱਤੇ ਹਨ, ਹੰਕਾਰ ਦੇ ਪਰਦੇ ਹੀ ਖਤਮ ਕਰ ਦਿੱਤੇ ਨੇ। ਸਤਿਗੁਰੂ ਮੈਂ ਚਾਹੁੰਦਾ ਹਾਂ ਕਿ ਜਿਹੜੀ ਜਗ੍ਹਾ 'ਤੇ ਤੁਸੀਂ ਕਿਰਪਾ ਕਰਕੇ ਮੇਰਾ ਭਰਮ ਖਤਮ ਕੀਤਾ ਹੈ,
इस जगह ते तुसी नगर वसाओ। अपने नां ते वो नगर दा नाम रखियो नानकपुरा। ते गुरु नानक बाबा जी कहन लगे दोदिया ना जगह दोदे दी ना जगह नानक दी, जगह करतार दी नगर वसेगा ते नगर दा नाम भी उस करतार दे नां ते होएगा करतारपुरा। वो फिर गुरु नानक महाराज सच्चे पातशाह जी ने पावन नगर वसाया करतारपुर, जिहड़ा अजकल पाकिस्तान दे विच है, जिथों दा रस्ता हुण खुल्लिया है। ये नगर विखे गुरु नानक महाराज जी ने अपनी जिंदगी के अखीरले 18 साल बतीत किए ने। भाई गुरदास साहब ने इस नगर का जिक्र अपनी पावन रचना अंदर किया है कि फिर बाबा आया करतारपुर, भेख उदासी सगल उतारा, पहर संसारी कपड़े मंजी बैठ किया अवतारा। इत्थे ही गुरु नानक महाराज जी की हजूरी दे विच भाई लहणा जी आए हैं तो 7 साल उन्होंने सेवा करके गुरु नानक जी के घर दरबार दियाँ खुशियाँ रहमतां प्राप्त कीतियां हैं। इत्थों ही थोड़ी दूरी ते नगर सी रमदास, नगर है रमदास, जिथे भाई बूढ़ा गुरु नानक महाराज जी के चरणों का सेवक बनया ते गुरु नानक ने रहमत करके उन्होंने बाबा बुढ़ा साहब की उपाधि बख्शिश की। इसे नगर विखे भाई लहणे नूं गुरु नानक महाराज ने परखिया और परखण तो बाद गुरगद्दी की दात उन्होंने बख्शिश की गई। भाई लहणा गुरु जोत दे मालक बने, गुरु नानक जी की गद्दी दे मालक बने। उन्होंने गद्दी बख्शण तो बाद अज दे दिन गुरु नानक महाराज 1539 दे विच करतारपुर नगर विखे ज्योति जोत रली, संपूर्ण थिया राम, सूरज किरण मिलै, जल का जल हुआ राम। उन्होंने शरीर रूपी चोला छड्या है। वडियाई सारी भाई लहणे नूं बख्श के उन्होंने गुरु अंगद बनाया। गुरु नानक महाराज सच्चे पातशाह जो रब्बी घर तो ज्ञान लैके, रब्बी रहमतां दा खजाना लैके संसार अंदर प्रगट होए। करीबन 70 साल उन्होंने वो ज्ञान का प्रचार ते प्रसार संसार अंदर जगत अंदर किया। भावें ठीक है हर शरीर का अपना एक समा है, समय दे नाल शरीर का जन्म है, बचपन जवानी ते बुढ़ापा है, फिर एक दिन शरीर की मौत है। शरीर का बिनसना तो अटल है पर गुरु नानक खत्म होने वाले नहीं हैं। गुरु नानक जुगो जुग अटल हैं। गुरु अज भी साडे च हाज़र नाज़र हैं। शरीर खत्म होया ठीक है पर गुरु खत्म नहीं होया। सतगुर मेरा सदा सदा ना आवे ना जाए, ओ अविनाशी पुरख है, सब मैं रहिया समाए। ओ गुरु नानक जोत अज भी गुरु ग्रंथ साहब सच्चे पातशाह जी के रूप दे विच हाज़र नाज़र है। आपां ये एहसास करना है कि असी गुरु नानक जी की ही हजूरी दे विच बैठे हाँ, गुरु नानक जी की ही चरण शरण दे विच बैठे हाँ। तो जे साडे मन च ये एहसास बन गया, जिद्दां भाई लहणे दे धन बाबा बुढ़ा साहब भाई भगीरथ वर्गे गुरमुखां दे मन च ये एहसास हुंदा सी कि असी गुरु नानक दी हजूरी च बैठे हाँ ते गुरु नानक जी दीयां खुशियां, उन्हां वर्गा भरोसा जे अज साडे मन च बने, उन्हां वालियां खुशियां अज भी साडी झोली च पै सकदियां। पर गल गुरु ते भरोसा करन दी है, गुरु ते भरोसा करन दी ते गुरु नाल प्रेम करन दी है। ये प्रेम ते भरोसे दी खेड है। जेड़ा जेड़ा इस रस्ते ते चलदा गया वो फिर गुरु नानक दा ही रूप बनदा गया। गुरु नानक उहदे तो वख नहीं ते वो गुरु नानक तो वख नहीं। सो सतगुरु गुरु नानक देव महाराज सच्चे पातशाह रहमत महरामत वरताउण। गुरु की सिक्ख्या दा, गुरु के ज्ञान दा, गुरु के उपदेश दा जो प्रकाश है वो साडे हिरदे च होवे। गुरु ज्ञान दा दीवा अंदर जगे और अज्ञान अंधेर विनाश होवे। गुरु कियां खुशियां रहमतां प्राप्त होण। धन भगत कबीर साहब जी वल्लों उचारण कीते होए पावन पवित्र श्लोकां दी रोजाना आपां विचार दे नाल जुड़दे हाँ और 29 श्लोकां तक दी विचार पिछलेरियां दीवानां च आप जी ने श्रवण कीती है। आओ वो विचार दी लड़ी अगे तोरीए।
ਅੱਜ 30 ਨੰਬਰ ਸ਼ਲੋਕ 'ਚ ਭਗਤ ਕਬੀਰ ਸਾਹਿਬ ਜੀ ਇਸ ਮਨੁੱਖਾ ਜੀਵਨ ਦੀ ਜੋ ਅਹਿਮੀਅਤ ਹੈ, ਜੋ ਕੀਮਤ ਹੈ, ਉਹ ਸਾਨੂੰ ਸਮਝਾ ਰਹੇ ਹਨ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ। ਕਹਿੰਦੇ ਇਹ ਜਿਹੜਾ ਜੀਵਨ ਹੈ ਦੁਲੰਭ ਭਾਵ ਕੀਮਤੀ ਹੈ, ਬਹੁਤ ਕੀਮਤੀ ਹੈ। ਕਿੰਨਾ ਕੀਮਤੀ ਹੈ? ਇੱਕ ਵਾਰ ਮਿਲਿਆ ਹੈ ਔਰ ਦੁਬਾਰਾ ਮਿਲਣ ਵਾਲਾ ਨਹੀਂ ਹੈ। ਮਤ ਇਸ ਭਰਮ ਦੇ ਵਿੱਚ ਰਹੀਏ ਕਿ ਸ਼ਾਇਦ ਇੱਦਾਂ ਦੀ ਕਾਇਆ, ਇੱਦਾਂ ਦਾ ਸਰੀਰ, ਇੱਦਾਂ ਦਾ ਜੀਵਨ ਦੁਬਾਰਾ ਮਿਲ ਜਾਏਗਾ। ਕਬੀਰ ਜੀ ਕਹਿੰਦੇ ਇੱਦਾਂ ਨਹੀਂ ਹੁੰਦਾ ਹੈ। ਉਹਨਾਂ ਨੇ ਗੱਲ ਹੋਰ ਸਾਨੂੰ ਚੰਗੀ ਤਰ੍ਹਾਂ ਸਮਝ 'ਚ ਆਵੇ ਨਾਲ ਉਦਾਹਰਣ ਦਿੱਤੀ ਹੈ ਕਿ ਜਿਉਂ ਬਨ ਫਲ ਪੱਕ ਕੇ ਭੋਏ ਗਿਰਿਆ, ਬੌਰ ਨਾ ਲੱਗੈ ਡਾਰ। ਜਿਵੇਂ ਜੰਗਲ ਦਾ ਦਰਖਤ ਦਾ ਫਲ ਇੱਕ ਵਾਰ ਪੱਕ ਕੇ ਦਰਖਤ ਤੋਂ ਹੇਠਾਂ ਡਿੱਗ ਪਿਆ, ਦੁਬਾਰਾ ਉਹ ਅਲੱਗ ਹੋਏ ਫਲ ਨੂੰ ਦਰਖਤ ਦੇ ਨਾਲ ਨਹੀਂ ਲਾਇਆ ਜਾ ਸਕਦਾ। ਇਸੇ ਤਰ੍ਹਾਂ ਜੀਵਨ ਕੀਮਤੀ ਹੈ, ਜਾਂ ਜੀਵਨ ਦਾ ਇੱਕ ਇੱਕ ਸਵਾਸ ਕੀਮਤੀ। ਇੱਕ ਇੱਕ ਸਵਾਸ ਆਪਣੇ ਆਪ ਦੇ ਵਿੱਚ ਜੀਵਨ ਹੈ। ਸਵਾਸ ਹੈ ਤੇ ਜੀਵਨ ਹੈ, ਜੇ ਸਵਾਸ ਨਹੀਂ ਹਨ ਤੇ ਜੀਵਨ ਨਹੀਂ ਹੈ। ਬੰਦਾ ਮਰਦਾ ਹੈ, ਕੀ ਹੁੰਦਾ ਹੈ? ਉਹਦੀ ਆ ਜਿਹੜੀ ਸਵਾਸਾਂ ਦੀ ਲੜੀ ਕਿਰਿਆ ਪ੍ਰਕਿਰਿਆ ਲਗਾਤਾਰ ਚੱਲਦੀ ਪਈ ਹੈ, ਰੁਕ ਜਾਂਦੀ ਹੈ। ਆਪਾਂ ਕਹਿੰਦੇ ਹਾਂ ਬੰਦਾ ਮਰ ਗਿਆ, ਸਾਹ ਨਹੀਂ ਚੱਲ ਰਿਹਾ, ਸਾਹ ਬੰਦ ਹੋ ਗਏ ਹਨ। ਮਹਾਰਾਜ ਕਹਿੰਦੇ ਇੱਕ ਇੱਕ ਸਾਹ ਬੜਾ ਕੀਮਤੀ ਹੈ, ਸਮੁੱਚਾ ਜੀਵਨ ਬੜਾ ਕੀਮਤੀ। ਇੱਕ ਵਾਰ ਮਿਲਿਆ ਤੇ ਦੁਬਾਰਾ ਨਹੀਂ ਉਹ ਮਿਲਣ ਵਾਲਾ। ਹੁਣ ਇਹਨਾਂ ਬਚਨਾਂ ਦੇ ਰਾਹੀਂ ਫਿਰ ਗੁਰੂ ਸਮਝਾਉਂਦੇ ਇਹ ਹਨ ਕਿ ਇਹਨੂੰ ਸੰਭਾਲ ਲੈ, ਇਹਨੂੰ ਸੰਭਾਲ ਕੇ ਸਫਲ ਬਣਾ ਲੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮੁਲਾਕਾਤ ਜਦੋਂ ਬਾਬਰ ਦੇ ਨਾਲ ਹੋਈ ਸੀ। ਪਹਿਲਾਂ ਤੇ ਬਾਬਰ ਨੇ ਐਮਨਾਬਾਦ ਤੇ ਜਦੋਂ ਹਮਲਾ ਕੀਤਾ, ਤਕੜਿਆਂ ਲੋਕਾਂ ਦੇ ਘਰਾਂ 'ਚ ਤੇ ਉਹਨੇ ਖੂਨ ਦੀਆਂ ਨਦੀਆਂ ਵਹਾ ਕੇ ਤੇ ਜਿੰਨੀ ਲੁੱਟ ਖਸੁੱਟ ਹੋ ਸਕੀ ਉਹਨੇ ਕੀਤੀ। ਉਦੋਂ ਬਾਅਦ ਜਿਹੜੇ ਗਰੀਬ ਲੋਕ ਸਨ ਉਹਨਾਂ ਨੂੰ ਕੈਦ ਕਰ ਲਿਆ ਗਿਆ ਕਿ ਇਹਨਾਂ ਨੂੰ ਉਧਰ ਕਾਬਲ ਕੰਧਾਰ ਵਾਲੇ ਪਾਸੇ ਖੜ ਕੇ ਤੇ ਇਹਨਾਂ ਕੋਲੋਂ ਮਜ਼ਦੂਰੀ ਕਰਵਾਵਾਂਗੇ, ਕਿਉਂਕਿ ਇਹਨਾਂ ਦੇ ਕੋਲ ਪੈਸਾ ਦੌਲਤ ਤੇ ਹੈ ਨਹੀਂ ਹੈ ਜਿਹੜਾ ਲੁੱਟ ਲਿਆ ਜਾਏ। ਤੇ ਗੁਰੂ ਨਾਨਕ ਤੇ ਭਾਈ ਮਰਦਾਨੇ ਨੂੰ ਵੀ ਇਸੇ ਤਰ੍ਹਾਂ ਬੰਦ ਕਰ ਲਿਆ ਗਿਆ। ਹੁਣ ਇਸ ਗੱਲ ਦਾ ਪਤਾ ਜਦੋਂ ਦੌਲਤ ਖਾਨ ਨੂੰ ਲੱਗਿਆ, ਸੁਲਤਾਨਪੁਰ ਲੋਧੀ ਦਾ ਨਵਾਬ ਦੌਲਤ ਖਾਨ, ਜਿਹਦੇ ਕੋਲ ਗੁਰੂ ਨਾਨਕ ਮਹਾਰਾਜ ਬੜਾ ਲੰਬਾ ਸਮਾਂ ਰਹੇ ਸਨ ਤੇ ਮੋਦੀ ਦੀ ਕਿਰਤ ਕੀਤੀ ਸੀ, ਉਹ ਬਾਬਰ ਨੂੰ ਮਿਲਿਆ। ਕਹਿਣ ਲੱਗਾ ਇੱਕ ਗੱਲ ਤੂੰ ਬੜੀ ਮਾੜੀ ਕੀਤੀ ਓ, ਗੁਰੂ ਨਾਨਕ ਮਹਾਰਾਜ ਤੇ ਪਰਮੇਸ਼ਰ ਰੂਪ ਖੁਦਾ ਰੂਪ ਹਨ, ਲੋਕ ਤਾਂ ਉਹਨਾਂ ਦੇ ਚਰਨਾਂ 'ਚ ਸਿਜਦੇ ਕਰਦੇ ਨੇ, ਤੂੰ ਉਹਨਾਂ ਨੂੰ ਜੇਲ੍ਹ 'ਚ ਬੰਦ ਕੀਤਾ ਹੋਇਆ ਹੈ। ਕਿਉਂ ਬਰਬਾਦੀ ਦੇ ਰਸਤੇ ਤੇ ਜਾ ਰਿਹਾ ਹੈ? ਜੇ ਆਪਣਾ ਭਲਾ, ਆਪਣੀ ਸਲਤਨਤ ਦਾ ਭਲਾ ਚਾਹੁੰਦਾ ਹੈ ਤੇ ਆਪਣੀ ਭੁੱਲਾਂ ਦੀ ਗੁਰੂ ਨਾਨਕ ਤੋਂ ਖਿਮਾ ਮੰਗ, ਉਹਨਾਂ ਦੇ ਚਰਨਾਂ 'ਚ ਝੁਕ ਕੇ ਝੋਲੀ ਅੱਡ ਕੇ ਅਸੀਸ ਲੈ। ਉੱਥੇ ਫਿਰ ਬਾਬਰ ਨੇ ਗੁਰੂ ਨਾਨਕ ਮਹਾਰਾਜ ਨੂੰ ਬੇਨਤੀ ਭੇਜੀ, ਜੀ ਤੁਸੀਂ ਬਾਹਰ ਆ ਜਾਵੋ। ਮਹਾਰਾਜ ਨੇ ਕਿਹਾ ਸੀ ਮੈਂ ਇਕੱਲੇ ਨਹੀਂ ਆਉਣਾ, ਆ ਬਾਕੀ ਲੋਕ ਜਿਹੜੇ ਤੂੰ ਬੰਦ ਕੀਤੇ ਇਹਨਾਂ ਦਾ ਕਸੂਰ ਕੀ ਹੈ? ਬੇਕਸੂਰਾਂ ਨੂੰ ਅੰਦਰ ਬੰਦ ਕੀਤਾ, ਇਹਨਾਂ ਨੂੰ ਵੀ ਆਜ਼ਾਦ ਕਰ, ਫਿਰ ਅਸੀਂ ਵੀ ਬਾਹਰ ਆ ਜਾਵਾਂਗੇ। ਔਰ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਫਿਰ ਬਾਬਰ ਨੇ ਹੋਰ ਜਿੰਨੇ ਐਮਨਾਬਾਦ ਦੇ ਲੋਕ ਬੰਦ ਕੀਤੇ ਸਨ ਸਭ ਨੂੰ ਰਿਹਾ ਕੀਤਾ। ਹੁਣ ਗੁਰੂ ਨਾਨਕ ਮਹਾਰਾਜ ਤੇ ਬਾਬਰ ਦੀ ਫਿਰ ਮੁਲਾਕਾਤ ਹੁੰਦੀ ਹੈ। ਔਰ ਪਹਿਲਾਂ ਤੇ ਦੌਲਤ ਖਾਨ ਨੂੰ ਬਾਬਰ ਨੇ ਪੁੱਛਿਆ ਸੀ ਮੈਂ ਜਦੋਂ ਗੁਰੂ ਨਾਨਕ ਦੇ ਸਾਹਮਣੇ ਜਾਣਾ ਹੈ ਤੇ ਕੀ ਭੇਟਾ ਲੈ ਕੇ ਉਹਨਾਂ ਦੇ ਕੋਲ ਜਾਵਾਂ ਕਿ ਉਹ ਮੇਰੇ ਤੇ ਖੁਸ਼ ਹੋਣ? ਤੇ ਦੌਲਤ ਖਾਨ ਨੇ ਕਿਹਾ ਸੀ ਤੇਰੇ ਕੋਲ ਇੱਦਾਂ ਦੀ ਕੋਈ ਭੇਟ ਨਹੀਂ ਹੈ ਜਿਹੜੀ ਤੂੰ ਗੁਰੂ ਨਾਨਕ ਨੂੰ ਭੇਟ ਕਰਕੇ ਉਹਨਾਂ ਨੂੰ ਖੁਸ਼ ਕਰ ਸਕੇ। ਉਹਨਾਂ ਦੇ ਕੋਲ ਇਸ ਭਾਵਨਾ ਦੇ ਨਾਲ ਨਾ ਜਾ ਕੇ ਮੈਂ ਉਹਨਾਂ ਨੂੰ ਕੁਝ ਦੇਵਾਂ, ਬਲਕਿ ਉਹਨਾਂ ਦੇ ਕੋਲ ਝੋਲੀ ਅੱਡ ਕੇ ਭਿਖਾਰੀ ਬਣ ਕੇ ਜਾ ਕੇ ਮੈਂ ਗੁਰੂ ਨਾਨਕ ਕੋਲੋਂ ਬਖਸ਼ਿਸ਼ਾਂ ਦਾਤਾਂ ਲੈਣੀਆਂ ਨੇ। ਤੂੰ ਉਹਨਾਂ ਨੂੰ ਕੀ ਦੇ ਸਕਦਾ? ਮੀਰੀ ਪੀਰੀ ਦੋਨੋਂ ਉਨ ਪਾਹੇ, ਦੇਖੋਗੇ ਤੁਮ ਨੇਰੇ ਹੋਏ ਜਾਹੇ। ਦੌਲਤ ਖਾਂ ਕਹਿਣ ਲੱਗਾ ਬਾਬਰ ਜਦੋਂ ਗੁਰੂ ਨਾਨਕ ਜੀ ਦੇ ਕੋਲ ਜਾਏਗਾ ਤੈਨੂੰ ਪਤਾ ਲੱਗੇਗਾ ਉਹਨਾਂ ਦੇ ਕੋਲ ਤੇ ਮੀਰੀ ਵੀ ਹੈ ਤੇ ਪੀਰੀ ਵੀ ਹੈ। ਖੈਰ ਬਾਬਰ ਗਿਆ, ਵਿਚਾਰਾਂ ਚੱਲੀਆਂ।
ਉਥੇ ਫਿਰ ਬਾਬਰ ਨੇ ਮਹਾਰਾਜ ਨੂੰ ਕਿਹਾ ਸੀ, ਬਾਬਰ ਬਾ ਐਸ਼ ਕੋਸ਼ ਕੇ ਆਲਮ ਦੁਬਾਰਾ ਨੇਸ਼ਤ। ਮੇਰਾ ਬਾਬਰ ਦਾ ਮੰਨਣਾ ਇਹ ਹੈ ਕਿ ਜ਼ਿੰਦਗੀ ਦੁਬਾਰਾ ਮਿਲਣ ਵਾਲੀ ਨਹੀਂ ਹੈ, ਇਸ ਕਰਕੇ ਐਸ਼ ਪ੍ਰਸਤੀ ਕਰਨੀ ਚਾਹੀਦੀ ਹੈ। ਤੇ ਹਜੂਰ ਸੱਚੇ ਪਾਤਸ਼ਾਹ ਦੇ ਬਚਨ ਸਨ, ਠੀਕ ਹੈ ਬਾਬਰ, ਤੇਰੀ ਅੱਧੀ ਗੱਲ ਦੇ ਨਾਲ ਅਸੀਂ ਸਹਿਮਤ ਹਾਂ, ਅੱਧੀ ਦੇ ਨਾਲ ਸਹਿਮਤ ਨਹੀਂ। ਇਹ ਸੱਚ ਹੈ ਕਿ ਜੀਵਨ ਮਿਲਿਆ ਦੁਬਾਰਾ ਨਹੀਂ ਮਿਲਣ ਵਾਲਾ, ਪਰ ਜੇ ਕੋਈ ਕੀਮਤੀ ਚੀਜ਼ ਬੰਦੇ ਨੂੰ ਮਿਲਦੀ ਹੈ ਤੇ ਬੰਦਾ ਉਹਨੂੰ ਉਜਾੜਦਾ ਨਹੀਂ ਹੈ, ਉਹਨੂੰ ਸੰਭਾਲਦਾ ਹੈ, ਸੰਵਾਰਦਾ ਹੈ। ਜੀਵਨ ਬੜਾ ਕੀਮਤੀ, ਜੇ ਮਿਲਿਆ ਹੈ ਇਹਨੂੰ ਐਸ਼ ਪ੍ਰਸਤੀ 'ਚ ਪੈ ਕੇ ਬਰਬਾਦ ਨਹੀਂ ਕਰਨਾ ਚਾਹੀਦਾ, ਇਹਨੂੰ ਪਰਮਾਤਮਾ ਦੀ ਭਗਤੀ 'ਚ ਜੁੜ ਕੇ ਸਕਾਰਥ ਸਫਲ ਬਣਾਉਣਾ ਚਾਹੀਦਾ ਹੈ। ਉੱਥੇ ਹਜੂਰ ਦੇ ਬਚਨ ਸਨ। ਬਾਬਰ ਕਹਿੰਦਾ ਹੈ, ਬਾਬਰ ਬਾ ਐਸ਼ ਕੋਸ਼ ਕੇ ਆਲਮ ਦੁਬਾਰਾ ਨੇਸ਼ਤ। ਗੁਰੂ ਨਾਨਕ ਬਾਬਾ ਜੀ ਕਹਿੰਦੇ, ਬਾਬਰ ਬਾ ਹੋਸ਼ ਕੋਸ਼ ਕੇ ਆਲਮ ਦੁਬਾਰਾ ਨੇਸ਼ਤ। ਜੇ ਜ਼ਿੰਦਗੀ ਦੁਬਾਰਾ ਮਿਲਣ ਵਾਲੀ ਨਹੀਂ ਹੈ, ਫਿਰ ਹੋਸ਼ ਕਰ ਤੇ ਇਹਨੂੰ ਰੱਬ ਦੇ ਨਾਲ ਜੁੜ ਕੇ ਸਫਲ ਬਣਾ। ਮਹਾਰਾਜ ਕਹਿੰਦੇ ਜੀਵਨ ਬੜਾ ਕੀਮਤੀ ਹੈ। ਪੱਤਰ ਪੁਰਜੇਨ ਝੜੀਆਂ ਨੈ ਜੜੀਆਂ ਪੇੜ ਸੰਪਦਾ। ਪੱਤੇ ਝੜਦੇ ਦੁਬਾਰਾ ਦਰਖਤ ਦੇ ਨਾਲ ਨਹੀਂ ਜੁੜਦੇ, ਫਲ ਡਿੱਗ ਪਿਆ ਦਰਖਤ ਤੋਂ ਦੁਬਾਰਾ ਦਰਖਤ ਦੇ ਨਾਲ ਨਹੀਂ ਜੋੜਿਆ ਜਾ ਸਕਦਾ। ਇਸੇ ਤਰ੍ਹਾਂ ਜੀਵਨ ਮਿਲਿਆ ਹੈ, ਦੁਬਾਰਾ ਮਿਲਣ ਵਾਲਾ ਨਹੀਂ ਹੈ। ਜਿਉਂ ਬਨ ਫਲ ਪੱਕ ਕੇ ਭੋਏ ਗਿਰੈ, ਬੌਰ ਨਾ ਲਾਗੈ ਡਾਰ। ਕਬੀਰ ਸਾਹਿਬ ਕਹਿੰਦੇ ਜੀਵਨ ਬੜਾ ਕੀਮਤੀ ਹੈ, ਇਹਨੂੰ ਸੰਭਾਲੋ। ਗੁਰੂ ਬਾਣੀ 'ਚ ਕਹਿੰਦੇ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਇਹੀ ਮਨੁੱਖਾ ਜੀਵਨ ਦਾ ਅਸਲੀ ਲਾਹਾ ਹੈ। ਇਦੋਂ ਅੱਗੇ 31 ਨੰਬਰ ਸ਼ਲੋਕ 'ਚ ਕਬੀਰ ਸਾਹਿਬ ਫਰਮਾਨ ਕਰਦੇ, ਕਬੀਰਾ ਤੂੰ ਹੀ ਕਬੀਰ ਤੂੰ, ਤੇਰੋ ਨਾਉ ਕਬੀਰ। ਹੁਣ ਇੱਕ ਤੇ ਭਗਤ ਕਬੀਰ ਸਾਹਿਬ, ਉਹਨਾਂ ਦਾ ਨਾਂ ਹੈ ਕਬੀਰ। ਵੈਸੇ ਕਬੀਰ ਸ਼ਬਦ ਦਾ ਅਰਥ ਹੈ ਵੱਡਾ। ਗੁਰੂ ਨਾਨਕ ਮਹਾਰਾਜ ਨੇ ਆਪਣੇ ਤਿਲੰਗ ਰਾਗ ਦੇ ਇੱਕ ਸ਼ਬਦ ਅੰਦਰ ਜ਼ਿਕਰ ਵੀ ਕੀਤਾ ਹੈ ਇਸ ਗੱਲ ਦਾ। ਮਹਾਰਾਜ ਕਹਿੰਦੇ, ਜਕ ਅਰਜ ਗੁਫਤਮ ਪੇਸ਼ ਦੋ ਦਰ ਕੋਸ਼ ਕੁਨ ਕਰਤਾਰ। ਹੇ ਵਾਹਿਗੁਰੂ ਜੀ, ਸਾਡੀ ਤੁਹਾਡੇ ਅੱਗੇ ਇੱਕ ਬੇਨਤੀ ਹੈ ਤੇ ਤੁਸੀਂ ਕੰਨ ਦੇ ਕੇ, ਭਾਵ ਧਿਆਨ ਦੇ ਕੇ ਸਾਡੀ ਬੇਨਤੀ ਸੁਣੋ। ਜਕ ਅਰਜ ਗੁਫਤਮ ਪੇਸ਼ ਦੋ ਦਰ ਕੋਸ਼ ਕੁਨ ਕਰਤਾਰ। ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਤਿਲੰਗ ਰਾਗ ਦਾ ਇਹ ਪਹਿਲਾ ਸ਼ਬਦ ਹੈ ਤੇ ਇਤਿਹਾਸਕਾਰ ਦੋ ਜਗ੍ਹਾ ਦੀ ਗੱਲ ਕਰਦੇ ਨੇ। ਇੱਕ ਤੇ ਰਾਏ ਭੋਏ ਦੀ ਤਲਵੰਡੀ ਦੇ ਮੌਲਵੀ ਦੇ ਨਾਲ ਵਿਚਾਰ ਕਰਦਿਆਂ ਗੁਰੂ ਨਾਨਕ ਮਹਾਰਾਜ ਨੇ ਇਹ ਸ਼ਬਦ ਉਹਨੂੰ ਸੁਣਾਇਆ ਸੀ, ਤੇ ਇੱਕ ਬਗਦਾਦ ਗੁਰੂ ਨਾਨਕ ਮਹਾਰਾਜ ਨੇ ਇਹ ਸ਼ਬਦ ਪੜ੍ਹਿਆ ਸੀ। ਇਹ ਮੂਲ ਰੂਪ ਦੇ ਵਿੱਚ ਫਾਰਸੀ ਭਾਸ਼ਾ ਦਾ ਸ਼ਬਦ ਹੈ। ਮਹਾਰਾਜ ਕਹਿੰਦੇ, ਹੱਕਾ ਕਬੀਰ ਕਰੀਮ ਤੂੰ। ਹੱਕਾ ਦਾ ਭਾਵ ਤੂੰ ਇਨਸਾਫ ਕਰਨ ਵਾਲਾ ਹੈ। ਕਬੀਰ ਦਾ ਭਾਵ ਹੈ ਵੱਡਾ। ਹੈ ਵਾਹਿਗੁਰੂ ਜੀ, ਤੁਸੀਂ ਇਨਸਾਫ ਕਰਨ ਵਾਲੇ ਹੋ, ਤੁਸੀਂ ਸਭ ਤੋਂ ਵੱਡੇ ਹੋ। ਰਹੀਮ ਦਾ ਭਾਵ ਤੁਸੀਂ ਰਹਿਮਤਾਂ ਕਰਨ ਵਾਲੇ ਹੋ। ਬੇਐਬ ਪਰਵਦਗਾਰ, ਬੇਐਬ ਦਾ ਭਾਵ ਤੁਹਾਨੂੰ ਕੋਈ ਦਾਗ ਨਹੀਂ ਹੈ, ਤੁਹਾਡੀ ਸ਼ਖਸੀਅਤ ਬੇਐਬ ਹੈ। ਪਰਵਦਗਾਰ ਦਾ ਭਾਵ ਮਾਲਕ। ਸੋ ਕਬੀਰ ਸ਼ਬਦ ਦਾ ਅਰਥ ਹੈ ਵੱਡਾ। ਇੱਥੇ ਭਗਤ ਕਬੀਰ ਸਾਹਿਬ ਕਹਿੰਦੇ, ਠੀਕ ਹੈ ਮੇਰਾ ਨਾਂ ਕਬੀਰ ਹੈ, ਪਰ ਅਸਲ ਦੇ ਵਿੱਚ ਮਾਲਕ ਜੀ ਕਬੀਰ ਮੈਂ ਨਹੀਂ ਹਾਂ, ਕਬੀਰ ਤੁਸੀਂ ਹੋ। ਭਾਵ ਵੱਡਾ ਮੈਂ ਨਹੀਂ ਹਾਂ, ਵੱਡੇ ਤੇ ਤੁਸੀਂ ਹੋ। ਤੁਹਾਡਾ ਨਾਮ ਵੱਡਾ ਹੈ, ਤੁਸੀਂ ਹੀ ਵੱਡੇ ਹੋ। ਰਾਮ ਰਤਨ ਤਬ ਪਾਈ ਹੈ ਜੋ ਪਹਿਲੇ ਤਜੈ ਸਰੀਰ। ਫਿਰ ਅਗਲੀ ਗੱਲ ਉਹਨਾਂ ਨੇ ਸਾਨੂੰ ਸਮਝਾਈ ਕਿ ਜੇ ਮਾਲਕ ਦਾ ਨਾਮ ਰੂਪੀ ਰਤਨ ਹਾਸਲ ਕਰਨਾ ਹੈ, ਪਹਿਲਾਂ ਆਪਣੀ ਹੋਂਦ ਛੱਡਣੀ ਪਵੇਗੀ, ਹੰਕਾਰ ਛੱਡਣਾ ਪਵੇਗਾ। ਜਿਵੇਂ ਉਹਨਾਂ ਨੇ ਕਿਹਾ ਕਿ ਮੈਂ ਕੁਝ ਨਹੀਂ ਹਾਂ, ਮੈਂ ਕੁਝ ਨਹੀਂ ਹਾਂ ਮਾਲਕ ਜੀ, ਕਬੀਰ ਤਾਂ ਤੁਸੀਂ ਹੋ। ਜਿਵੇਂ ਮਹਾਰਾਜ ਬਾਣੀ 'ਚ ਕਹਿੰਦੇ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣਾ ਮੇਰਾ। ਹੇ ਮਾਲਕ ਜੀ, ਮੈਂ ਕੁਝ ਨਹੀਂ ਹਾਂ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਤੁਸੀਂ ਹੋ ਵੱਡਿਆਂ ਤੋਂ ਵੱਡੇ, ਅਸੀਂ ਕੀਆਂ ਸਾਡੀ ਤੇ ਪਾਇਆ ਕੁਝ ਵੀ ਨਹੀਂ ਹੈ। ਨਾਨਕ ਨੀਚ ਕਹੈ ਵਿਚਾਰ।
ਆਪਣੇ ਆਪ ਨੂੰ ਬਹੁਤ ਨੀਵਾਂ। ਕਬੀਰ ਸਾਹਿਬ ਕਹਿੰਦੇ ਜੇ ਉਹ ਵੱਡੇ ਦੀ ਵੱਡੀ ਖੁਸ਼ੀ ਪ੍ਰਾਪਤ ਕਰਨੀ ਹੈ, ਜੇ ਮਾਲਕ ਦਾ ਨਾਮ ਰੂਪੀ ਰਤਨ ਆਪਣੀ ਝੋਲੀ 'ਚ ਪਾਉਣਾ ਹੈ, ਫਿਰ ਪਹਿਲਾਂ ਆਪਣੇ ਮਨ 'ਚੋਂ ਸਰੀਰ ਦੀ ਮੋਹ ਮਮਤਾ ਵਾਲੀ ਬਿਰਤੀ, ਅਹੰ ਵਾਲੀ ਬਿਰਤੀ, ਤਨ ਹੰਤਾ ਵਾਲੀ ਜਿਹੜੀ ਬਿਰਤੀ, ਕਾਇਆ ਦੇ ਹੰਕਾਰ ਵਾਲੀ ਜਿਹੜੀ ਬਿਰਤੀ ਹੈ, ਉਹ ਛੱਡਣੀ ਪਵੇਗੀ। ਫਿਰ ਅਗਲੇ ਸ਼ਲੋਕ 'ਚ ਕਬੀਰ ਸਾਹਿਬ ਪ੍ਰਮਾਣ ਕਰਦੇ, ਕਬੀਰ ਝੰਖ ਨਾ ਝੰਖੀ ਹੈ, ਤੁਮਰੋ ਕਹਿਓ ਨਾ ਹੋਏ। ਕਬੀਰ ਸਾਹਿਬ ਕਹਿੰਦੇ ਐਵੇਂ ਤੂੰ ਰੱਬ ਤੇ ਗਿਲੇ ਸ਼ਿਕਵੇ ਨਾ ਕਰਿਆ ਕਰ, ਕਿਉਂਕਿ ਸਾਡੀਆਂ ਡਿਮਾਂਡਾਂ ਬੜੀਆਂ ਹੁੰਦੀਆਂ ਨੇ। ਅਸੀਂ ਚਾਹੁੰਦੇ ਹਾਂ ਸਾਰਾ ਕੁਝ ਮਿਲ ਜਾਵੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਉਹ ਦਾਤਾ ਬੜਾ ਬੇਅੰਤ ਹੈ, ਦਾਤਾ ਬਖਸ਼ ਬਖਸ਼ ਕੇ ਸਾਡੀਆਂ ਝੋਲੀਆਂ ਭਰਦਾ ਹੈ, ਪਰ ਅਸੀਂ ਸੰਤੁਸ਼ਟ ਕੋਈ ਨਹੀਂ ਹੁੰਦੇ ਹਾਂ। ਅਸੀਂ ਤਾਂ ਹੋਰ ਤੋਂ ਹੋਰ ਮੰਗੀ ਜਾਂਦੇ, ਲਗਾਤਾਰ ਮੰਗੀ ਜਾਂਦੇ ਹਾਂ, ਅਤੇ ਜੇ ਕੋਈ ਦਾਤ 2-4 ਦਿਨ ਨਾ ਮਿਲੇ ਤੇ ਅਸੀਂ ਉਹਦਾ ਫਿਰ ਦੋਸ਼ ਵੀ ਰੱਬ ਨੂੰ ਦਿੰਦੇ ਹਾਂ। ਭਾਵੇਂ ਗਲਤੀਆਂ ਸਾਡੀਆਂ ਆਪਣੀਆਂ ਹੋਣ, ਦੁੱਖ ਅਸੀਂ ਆਪਣੀਆਂ ਗਲਤੀਆਂ ਤੇ ਕਰਮਾਂ ਕਰਕੇ ਸਹੇੜ ਲਈਏ, ਅਸੀਂ ਉਹਦਾ ਵੀ ਦੋਸ਼ੀ ਰੱਬ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਰੱਬ ਨੇ ਮੇਰੇ ਨਾਲ ਮਾੜਾ ਕੀਤਾ ਹੈ। ਕਬੀਰ ਸਾਹਿਬ ਕਹਿੰਦੇ ਝੰਖ ਨਾ ਝੰਖੀਐ। ਝੰਖ ਝੰਖੀਐ ਦਾ ਭਾਵ ਜਿਹੜਾ ਬੰਦਾ ਐਵੇਂ ਹੀ ਮੂੰਹ 'ਚ ਬੁੜਬੁੜ ਕਰੀ ਜਾਂਦਾ, ਕਿਸੇ ਨਾਲ ਈਰਖਾ ਹੋਵੇ, ਕੋਈ ਬੰਦੇ ਨੂੰ ਪਸੰਦ ਨਾ ਹੋਵੇ ਤੇ ਐਵੇਂ ਹੀ ਬੋਲੀ ਜਾਂਦਾ ਹੈ ਬੰਦਾ, ਫਿਰ ਮਾੜਾ। ਕਬੀਰ ਸਾਹਿਬ ਕਹਿੰਦੇ ਇੱਦਾਂ ਰੱਬ ਬਾਰੇ ਕੋਈ ਗਿਲਾ ਸ਼ਿਕਵੇ ਵਾਲੇ ਬੋਲ ਨਹੀਂ ਬੋਲਣੇ ਚਾਹੀਦੇ, ਕੋਈ ਮਾੜੇ ਬੋਲ ਨਹੀਂ ਬੋਲਣੇ ਚਾਹੀਦੇ, ਕਿਉਂਕਿ ਤੂੰ ਮਾੜਾ ਬੋਲ ਕੇ ਵੀ ਕੀ ਕਰ ਲਵੇਂਗਾ। ਰੱਬ ਕੋਈ ਤੇਰੇ ਹੁਕਮ ਦਾ ਪਾਬੰਦ ਨਹੀਂ ਹੈ ਕਿ ਜੋ ਤੂੰ ਕਵੇਂ ਰੱਬ ਮਾਲਕ ਉਹੀ ਕਰੇ। ਉਹਨੇ ਆਪਣੀ ਰਜਾ ਵਰਤਾਉਣੀ ਹੈ, ਅਤੇ ਉਹਦੀ ਰਜਾ ਦੇ ਵਿੱਚ ਕੇਵਲ ਤੂੰ ਇਕੱਲਾ ਹੀ ਨਹੀਂ ਹੈ, ਉਹਦੀ ਰਜਾ ਦੇ ਵਿੱਚ ਕੁੱਲ ਕਾਇਨਾਤ ਹੈ, ਅਤੇ ਉਹਨੇ ਸਾਰੀ ਦੀ ਸਾਰੀ ਕੁਦਰਤ ਕਾਇਨਾਤ ਦਾ ਬੈਲੈਂਸ ਬਣਾ ਕੇ ਇਹਨੂੰ ਚਲਾਉਣਾ ਹੈ। ਬੰਦਾ ਤਾਂ ਚਾਹੁੰਦਾ ਹੈ ਕਿ ਸਾਰਾ ਕੁਝ ਮੇਰੀ ਮਰਜ਼ੀ ਨਾਲ ਹੋਏ, ਜਿਵੇਂ ਗੁਰੂ ਕਹਿੰਦੇ ਇਸਕੇ ਹੱਥ ਹੋਏ ਤਾਂ ਸਭ ਕੁਛ ਲੈ, ਪਰ ਇਹਦੇ ਹੱਥ ਕੁਝ ਨਹੀਂ ਹੈ। ਜੋ ਤਿਸ ਭਾਵੈ ਸੋਈ ਜੋ ਉਹਨੂੰ ਪਾਉਂਦਾ ਹੈ ਕਰਦਾ ਉਹ ਉਹੀ ਕੁਝ ਹੈ, ਅਤੇ ਉਹ ਜੋ ਚਾਹਵੇ ਉਹੀ ਕੁਝ ਕਰ ਸਕਦਾ, ਵਰਤਾ ਸਕਦਾ ਹੈ। ਪ੍ਰਭ ਭਾਵੈ ਤਾਂ ਪਾਥਰ ਤਰਾਵੈ। ਮਹਾਰਾਜ ਕਹਿੰਦੇ ਉਹ ਚਾਹਵੇ ਪੱਥਰਾਂ ਨੂੰ ਵੀ ਤਾਰ ਸਕਦਾ। ਪ੍ਰਭ ਭਾਵੈ ਬਿਨ ਸਾਸ ਤੇ ਰੱਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ, ਪ੍ਰਭ ਭਾਵੈ ਤਾਂ ਪਤਿਤ ਉਧਾਰੈ। ਉਹ ਚਾਹਵੇ ਪਤਤਾਂ ਦਾ ਵੀ ਉਧਾਰ ਕਰ ਸਕਦਾ, ਮਰਜ਼ੀ ਉਹਦੀ ਹੈ। ਅਸੀਂ ਆਪਣੇ ਜ਼ੋਰ ਦੇ ਨਾਲ ਕੁਝ ਨਹੀਂ ਕਰਵਾ ਸਕਦੇ। ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੈ ਅਰਦਾਸ। ਜਿਸ ਠਾਕੁਰ ਸਿਓ ਨਾਹੀ ਚਾਰਾ, ਜਿਹਦੇ ਤੇ ਸਾਡਾ ਕੋਈ ਜ਼ੋਰ ਨਹੀਂ ਚੱਲਦਾ, ਉੱਥੇ ਕੀ ਕਰਨਾ ਹੈ। ਦੁਨਿਆਵੀ ਤੌਰ 'ਤੇ ਵੀ ਸਾਨੂੰ ਲੱਗੇ ਕਿ ਇਹਦੇ 'ਤੇ ਸਾਡਾ ਜ਼ੋਰ ਕੋਈ ਨਹੀਂ ਚੱਲ ਸਕਦਾ, ਫਿਰ ਬੰਦਾ ਸੋਚਦਾ ਹੱਥ ਪੈਰ ਜੋੜ ਕੇ ਕੰਮ ਕਢਾ ਲਵੋ ਜੇ ਜ਼ੋਰ ਤਾਕਤ ਨਹੀਂ ਚੱਲਦੀ। ਗੁਰੂ ਕਹਿੰਦੇ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ। ਉਹਦੇ ਅੱਗੇ ਹੱਥ ਜੋੜ ਲਵੋ ਬਸ। ਕਬੀਰ ਸਾਹਿਬ ਕਹਿੰਦੇ ਤੁਮਰੋ ਕਹਿਓ ਨਾ ਹੋਏ, ਜੇ ਤੂੰ ਕਵੇਂ ਕਿ ਮੈਂ ਆਪਣੇ ਜ਼ੋਰ ਦੇ ਨਾਲ ਕੁਝ ਕਰ ਲਵਾਂਗਾ, ਇਹ ਤੇਰਾ ਭੁਲੇਖਾ ਹੀ ਬੰਦਿਆ। ਤੇਰੇ ਕਿਹਾ ਤੇਰੇ ਕੀਤਿਆਂ ਕੁਝ ਨਹੀਂ ਹੋ ਸਕਦਾ, ਬਲਕਿ ਤੇਰੇ ਕਾਰਜ ਵੀ ਕੀਤੇ ਹੋਏ ਤਾਂ ਸਫਲ ਨੇ ਜੇ ਉਹਦੀ ਰਹਿਮਤ ਵਿੱਚ ਵਰਤੇਗੀ, ਨਹੀਂ ਤੇ ਹੋ ਸਕਦਾ ਤੂੰ ਬੜੇ ਯਤਨ ਕਰੇ ਸਫਲਤਾ ਫੇਰ ਕੋਈ ਨਾ ਮਿਲੇ। ਜਿਹਨੂੰ ਹਜੂਰ ਕਹਿੰਦੇ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਸਫਲਤਾ ਤੇ ਉਹਦੀ ਰਹਿਮਤ ਤੇ ਹੀ ਹੈ। ਇਸੇ ਕਰਕੇ ਗੁਰੂ ਸਾਹਿਬਾਨਾਂ ਨੇ ਸਾਨੂੰ ਜਿਉਣਾ ਸਿਖਾਇਆ ਹੈ, ਔਰ ਨਿਮਰਤਾ ਧਾਰਨ ਕਰਕੇ ਜਿਉਣਾ ਸਿਖਾਇਆ। ਕਰਮ ਕਰਕੇ ਵੀ ਉਹ ਕਹਿੰਦੇ ਮਨ 'ਚ ਮਾਣ ਨਾ ਰੱਖ ਕਿ ਮੈਂ ਕੀਤਾ ਹੈ, ਬਲਕਿ ਉਹਨਾਂ ਆਪ ਕਾਰਜ ਕਰਕੇ ਵੀ ਇੱਥੋਂ ਤੱਕ ਬਚਨ ਕਹੇ ਕਿ ਮਾਲਕ ਜੀ ਤੁਸੀਂ ਆਪ ਵਿੱਚ ਸਹਾਈ ਹੋਏ ਹੋ ਤੇ ਕਾਰਜ ਰਾਸ ਹੋਏ ਨੇ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ। ਰਾਮ ਧਰਤ ਸੁਹਾਵੀ, ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਕਬੀਰ ਸਾਹਿਬ ਕਹਿੰਦੇ ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਕੈ ਕੋਏ। ਉਹ ਰਹਿਮਤਾਂ ਦਾ ਘਰ, ਵਾਹਿਗੁਰੂ ਬਖਸ਼ਿਸ਼ਾਂ ਦਾ ਘਰ, ਪਰਮਾਤਮਾ ਜੋ ਵਰਤਾਉਂਦਾ ਹੈ ਉਹੀ ਕੁਝ ਹੁੰਦਾ ਹੈ, ਅਤੇ ਰੱਬ ਦੇ ਕੀਤੇ ਹੋਏ ਨੂੰ ਕੋਈ ਮਿਟਾ ਨਹੀਂ ਸਕਦਾ ਹੈ, ਕੋਈ ਬਦਲ ਨਹੀਂ ਸਕਦਾ ਹੈ। ਪਰਮਾਤਮਾ ਦੀ ਵਿਧਾਤੇ ਨਿਰੰਕਾਰ ਦੀ
ਕੁਦਰਤ ਨੂੰ ਬਦਲਣ ਦੀ ਸਮਰੱਥਾ ਕਿਸੇ ਅੰਦਰ ਨਹੀਂ ਹੈ। ਜੋ ਉਹਨੇ ਵਰਤਾਉਣਾ ਹੈ ਆਪਾਂ ਉਹਦੇ 'ਚ ਜਿੰਨੇ ਸਵਾਸ ਉਹਨੇ ਸਾਨੂੰ ਦਿੱਤੇ, ਇੱਕ ਸਵਾਸ ਵਧਾ ਨਹੀਂ ਸਕਦੇ, ਇੱਕ ਘਟਾ ਨਹੀਂ ਸਕਦੇ ਹਾਂ। ਜੋ ਉਹਨੇ ਵਰਤਾਉਣਾ ਉਹੀ ਕੁਝ ਹੋਣਾ ਹੈ। ਅੱਗੇ ਕਬੀਰ ਸਾਹਿਬ ਕਹਿੰਦੇ, ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਏ। ਮਾਲਕ ਦੀ ਪ੍ਰੀਖਿਆ 'ਚ, ਕਸੌਟੀ 'ਚ, ਪਰਖ 'ਚ ਝੂਠਾ ਨਹੀਂ ਟਿਕ ਸਕਦਾ ਹੈ। ਜਿਵੇਂ ਗੁਰੂ ਨਾਨਕ ਮਹਾਰਾਜ ਨੇ ਪ੍ਰੀਖਿਆਵਾਂ ਲਈਆਂ, ਕੌਣ ਪਾਸ ਹੋਇਆ? ਜਿਹੜਾ ਐਨ ਅੰਦਰੋਂ ਬਾਹਰੋਂ ਸੱਚਾ ਤੇ ਖਰਾ ਸੀ। ਬਾਕੀ ਗੁਰੂ ਸਾਹਿਬਾਨਾਂ ਨੇ ਵੀ ਸਮੇਂ ਸਮੇਂ 'ਤੇ ਸਿੱਖਾਂ ਦੀਆਂ ਪ੍ਰੀਖਿਆਵਾਂ ਲਈਆਂ। ਜਿਹੜੇ ਤੇ ਸੱਚੇ ਸਨ ਉਹ ਤਾਂ ਗੁਰੂ ਕੀ ਕਸੌਟੀ ਦੇ ਵਿੱਚ, ਪਰਖ ਦੇ ਵਿੱਚ ਪੂਰੇ ਉਤਰੇ ਤੇ ਗੁਰੂ 'ਚ ਅਭੇਦ ਹੋ ਗਏ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਰੱਤੇ ਸਈ ਜੇ ਮੁਖ ਨਾ ਮੁੜਨ। ਜਿਹੜੇ ਪ੍ਰੇਮ ਰੰਗ ਦੇ ਵਿੱਚ ਰੰਗੇ ਹੋਏ ਨੇ, ਮਾਲਕ ਜੇ ਕੋਈ ਉਹਨਾਂ ਦੇ ਸਾਹਮਣੇ ਪ੍ਰੀਖਿਆ ਵੀ ਪਾਉਂਦਾ ਹੈ ਤੇ ਉਹ ਪ੍ਰੀਖਿਆ ਤੋਂ ਡਰ ਕੇ ਮੂੰਹ ਮੋੜ ਨਹੀਂ ਲੈਂਦੇ ਹਨ। ਜੇ ਭਾਈ ਦਇਆ ਸਿੰਘ ਗੁਰੂ ਕਲਗੀਧਰ ਮਹਾਰਾਜ ਜੀ ਦੀ ਪ੍ਰੀਖਿਆ ਨੂੰ ਹੱਥ 'ਚ ਫੜੀ ਹੋਈ ਸ਼ਮਸ਼ੀਰ ਨੂੰ ਵੇਖ ਕੇ ਡਰ ਜਾਂਦਾ, ਗੁਰੂ ਸਾਹਮਣੇ ਆਪਾ ਕੁਰਬਾਨ ਕਰਨ ਦੇ ਲਈ ਨਾ ਉੱਠਦਾ, ਤੇ ਅੱਜ ਭਾਈ ਦਇਆ ਸਿੰਘ ਦਾ ਰੁਤਬਾ ਸਭ ਤੋਂ ਉੱਤੇ ਕਿਉਂ ਹੁੰਦਾ? ਮਹਾਰਾਜ ਕਹਿੰਦੇ, ਰੱਤੇ ਸਈ ਜੇ ਮੁਖ ਨਾ ਮੁੜਨ, ਜਿੰਨੀ ਸਿਆਤਾ ਸਾਈ ਝੜ ਝੜ ਪਵੰਦੇ ਕੱਚੇ ਬਿਰਹੀ, ਜਿੰਨਾ ਕਾਰ ਨਾ ਆਈ। ਜਿਹੜੇ ਝੂਠੇ ਪ੍ਰੀਤਵਾਨ ਹੁੰਦੇ ਹਨ, ਅੰਦਰ ਪ੍ਰੀਤ ਨਹੀਂ ਹੁੰਦੀ ਪਰ ਪ੍ਰੀਤ ਦਾ ਵਿਖਾਵਾ ਕਰ ਰਹੇ ਨੇ, ਅੰਦਰ ਪ੍ਰਤੀਤ ਨਹੀਂ ਹੁੰਦੀ, ਪ੍ਰਤੀਤ ਦਾ ਵਿਖਾਵਾ ਕਰਦੇ ਹਨ। ਜਦੋਂ ਪ੍ਰੀਖਿਆ ਪੈਂਦੀ ਹੈ ਤੇ ਇੱਦਾਂ ਦੇ ਕੱਚੇ ਬਿਰਹੀ ਝੜ ਜਾਂਦੇ ਹਨ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਏ। ਰਾਮ ਕਸੌਟੀ ਸੋ ਸਹੈ ਜੋ ਮਰ ਜੀਵਾ ਹੋਏ। ਕਬੀਰ ਸਾਹਿਬ ਕਹਿੰਦੇ ਪ੍ਰੀਖਿਆ ਉਹੀ ਸਹਾਰ ਪਾਉਂਦਾ ਜੇ ਜੋ ਮਰ ਜੀਵਾ ਹੋਏ, ਜਿਹਨੇ ਆਪਣੇ ਅੰਦਰ ਦੀਆਂ ਵਾਸ਼ਨਾਵਾਂ ਨੂੰ ਮਾਰਿਆ, ਜਿਹਨੇ ਆਪਣੇ ਮਨ ਦੀ ਮੱਤ ਨੂੰ ਮਾਰ ਕੇ ਪੂਰੀ ਤਰ੍ਹਾਂ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਜਿਹੜਾ ਇਸ ਭਾਵਨਾ ਦੇ ਨਾਲ ਗੁਰੂ ਕੋਲ ਆਉਂਦਾ ਹੈ ਕਿ ਜਿੱਥੇ ਗੁਰੂ ਨੇ ਖਿਲਾਰਨਾ ਮੈਂ ਖਲੋ ਜਾਣਾ। ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਜੋ ਵੀ ਗੁਰੂ ਹੁਕਮ ਕਰੇਗਾ ਮੈਂ ਸਿਰ ਮੱਥੇ ਕਬੂਲ ਕਰਾਂਗਾ। ਜਿਹਦੀ ਇਹ ਭਾਵਨਾ ਬਣਦੀ ਹੈ ਉਹ ਫਿਰ ਗੁਰੂ ਦੀ ਰਹਿਮਤ, ਗੁਰੂ ਦੀ ਖੁਸ਼ੀ ਪਾਉਂਦੇ ਹਨ। ਤੇ ਗੁਰੂ ਕਿਸੇ ਨੂੰ ਮਾਰਦੇ ਨਹੀਂ ਹਨ, ਬਲਕਿ ਗੁਰੂ ਦੀ ਤੇ ਵਡਿਆਈ ਹੈ। ਸਤਿਗੁਰ ਮੇਰਾ ਮਾਰ ਜਵਾਲਾ, ਉਤੇ ਮੁਰਦਿਆਂ 'ਚ ਵੀ ਜਾਨ ਪਾਉਣ ਦੀ ਸਮਰੱਥਾ ਰੱਖਦੇ ਨੇ। ਜਿਹਨੇ ਗੁਰੂ ਅੱਗੇ ਆਪਣਾ ਆਪਾ ਕੁਰਬਾਨ ਕਰ ਦਿੱਤਾ, ਗੁਰੂ ਫਿਰ ਉਹਨੂੰ ਵੱਡੀਆਂ ਵਡਿਆਈਆਂ ਦੀ ਦਾਤ, ਉੱਚੀਆਂ ਉਚਾਈਆਂ ਦੀ ਦਾਤ ਬਖਸ਼ਿਸ਼ ਕਰਦੇ ਹਨ। ਇਸ ਕਰਕੇ ਗੁਰੂ ਕੋਲ ਆਉਣਾ ਹੈ ਤੇ ਹਿਰਦੇ 'ਚ ਪ੍ਰੇਮ ਰੱਖ ਕੇ, ਪ੍ਰੀਤ ਰੱਖ ਕੇ, ਪ੍ਰਤੀਤ ਰੱਖ ਕੇ ਆਉਣਾ ਹੈ, ਤਾਂ ਕਿ ਗੁਰੂ ਦੀਆਂ ਖੁਸ਼ੀਆਂ ਮਿਲਣ, ਰਹਿਮਤਾਂ ਮਿਲਣ, ਜੀਵਨ ਸਫਲ ਹੋਵੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਨਾ ਚਿਤਾਰਨੀਆਂ। ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ